हाँ जी दोस्तों, ਵੈਲਕਮ ਟੂ ਐਗਜ਼ਾਮ ਪ੍ਰੈਪ ਪੰਜਾਬ, ਜਿੱਥੇ ਕਿ ਮੈਂ ਤੁਹਾਨੂੰ ਪੰਜਾਬ ਪੁਲਿਸ ਅਤੇ PG+B ਦੇ ਆਉਣ ਵਾਲੇ ਸਾਰੇ ਹੀ ਐਗਜ਼ਾਮਸ ਲਈ ਕੰਬਾਈਨ ਤਿਆਰੀ ਕਰਾਉਣੀ ਸ਼ੁਰੂ ਕੀਤੀ ਹੋਈ ਹੈ। ਸੋ ਦੋਸਤੋ, ਜੇਕਰ ਤੁਹਾਨੂੰ ਮੇਰੀ ਵੀਡੀਓ ਰੈਂਡਮਲੀ YouTube 'ਤੇ ਮਿਲੀ ਹੈ, ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਪਹਿਲਾਂ ਇਸ ਚੈਨਲ ਦੇ ਉੱਤੇ ਪੰਜਾਬ GK ਦੀਆਂ 10 ਇੰਪੋਰਟੈਂਟ ਕਲਾਸਿਸ ਲੈ ਚੁੱਕਿਆ ਹਾਂ, ਜਿਸ ਦੇ ਵਿੱਚ ਮੈਂ ਮੇਨਲੀ ਸਿੱਖ ਗੁਰੂਆਂ ਬਾਰੇ, ਉਹਨਾਂ ਦੇ ਜੀਵਨ ਕਾਲ ਬਾਰੇ ਸਾਰਾ ਹੀ ਸਿਲੇਬਸ ਤੁਹਾਨੂੰ MCQs ਦੀ ਫੋਰਮ ਦੇ ਵਿੱਚ ਕਵਰ ਕਰਵਾਇਆ ਹੈ। ਸੋ ਦੋਸਤੋ, ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਉਸ ਤੋਂ ਬਾਅਦ ਹੁਣ ਪੋਲਿਟੀ ਦੀ ਸੀਰੀਜ਼ ਸਟਾਰਟ ਕੀਤੀ ਹੈ, ਜਿਸ ਦੇ ਵਿੱਚ ਕਿ ਮੈਂ ਤੁਹਾਨੂੰ ਪੋਲਿਟਿਕਸ ਦੇ ਇਨੀਸ਼ੀਅਲ ਸਟੇਜ ਤੋਂ ਲੈ ਕੇ ਉਸਦੇ ਬਣਨ ਤੱਕ ਅਤੇ ਉਸਦੇ ਲਾਗੂ ਹੋਣ ਤੱਕ ਸਾਰਾ ਹੀ ਜੋ ਵੀ ਸਿਲੇਬਸ ਹੈ ਉਸਨੂੰ ਇੱਕ ਔਰਗਨਾਈਜ਼ਡ ਵੇ ਦੇ ਨਾਲ ਤਿਆਰ ਕਰਵਾਵਾਂਗਾ। ਸੋ ਦੋਸਤੋ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੀਆਂ ਪੁਰਾਣੀ ਵੀਡੀਓਜ਼ ਦੇਖ ਲਈਆਂ ਹੋਣਗੀਆਂ ਅਤੇ ਜ਼ਰੂਰ ਹੀ ਤੁਹਾਨੂੰ ਕੰਟੈਂਟ ਪਸੰਦ ਆਇਆ ਹੋਵੇਗਾ। ਸੋ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਜੁੜੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓਜ਼ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ, ਜੋ ਵੀ ਪੰਜਾਬ ਦੇ ਕਿਸੇ ਵੀ ਪੇਪਰ ਨੂੰ ਟਾਰਗੇਟ ਕਰ ਰਹੇ ਹਨ। ਸੋ ਦੋਸਤੋ, ਅੱਜ ਦਾ ਸਾਡਾ ਟੌਪਿਕ ਰਹਿਣ ਵਾਲਾ ਹੈ, ਤੁਸੀਂ ਥੰਬਨੇਲ 'ਤੇ ਵੀ ਦੇਖ ਲਿਆ ਹੋਵੇਗਾ, ਸਿਟੀਜ਼ਨਸ਼ਿਪ, ਫੰਡਾਮੈਂਟਲ ਰਾਈਟਸ ਐਂਡ ਡਾਇਰੈਕਟਿਵ ਪ੍ਰਿੰਸੀਪਲਸ ਆਫ ਦਾ ਸਟੇਟ ਪੋਲਿਸੀ। ਸੋ ਇਹ ਸਾਡਾ ਅਗਲਾ ਟੌਪਿਕ ਰਹਿਣ ਵਾਲਾ ਹੈ। ਸੋ ਇਹ ਟੌਪਿਕ ਜੋ ਹੈ ਦੋਸਤੋ ਬਹੁਤ ਹੀ ਇੰਪੋਰਟੈਂਟ ਰਹਿੰਦਾ ਹੈ ਅਤੇ ਪੋਲਿਟੀ ਦੇ ਵਿੱਚੋਂ ਅਕਸਰ ਹੀ ਇਸ ਟੌਪਿਕ ਤੋਂ ਸਵਾਲ ਪੁੱਛੇ ਜਾਂਦੇ ਹਨ। ਸੋ ਠੀਕ ਹੈ ਦੋਸਤੋ, ਆਪਣਾ ਸਮਾਂ ਜ਼ਿਆਦਾ ਨਾ ਵੇਸਟ ਕਰਦੇ ਹੋਏ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਸੋ ਅੱਜ ਦਾ ਸਾਡਾ ਜੋ ਪਹਿਲਾ ਕੁਐਸਚਨ ਰਹਿਣ ਵਾਲਾ ਹੈ ਉਹ ਰਹੇਗਾ, ਅੰਡਰ ਵਿਚ ਆਰਟੀਕਲ ਆਫ ਦਾ ਕਨਸਟੀਟਿਊਸ਼ਨ ਆਰ ਦਾ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਗਰੰਟਿਡ। ਇਸ ਦਾ ਮਤਲਬ ਇਹ ਹੈ ਦੋਸਤੋ ਕਿ ਕਨਸਟੀਟਿਊਸ਼ਨ ਦੇ ਕਿਸ ਆਰਟੀਕਲ ਦੇ ਵਿੱਚ ਕਲਚਰਲ ਅਤੇ ਐਜੂਕੇਸ਼ਨ ਦੇ ਪ੍ਰਤੀ ਜੋ ਸਾਡੇ ਰਾਈਟਸ ਹਨ ਉਹਨਾਂ ਬਾਰੇ ਜ਼ਿਕਰ ਕੀਤਾ ਗਿਆ ਹੈ। ਸੋ ਇਸ ਦਾ ਸਹੀ ਉੱਤਰ ਰਹੇਗਾ ਦੋਸਤੋ ਆਪਸ਼ਨ ਸੀ, ਆਰਟੀਕਲ 29 ਐਂਡ 30। ਠੀਕ ਹੈ ਦੋਸਤੋ, ਇਸ ਦੇ ਵਿੱਚ ਕਲਚਰ ਅਤੇ ਐਜੂਕੇਸ਼ਨ ਦੇ ਪ੍ਰਤੀ ਜੋ ਸਾਡੇ ਰਾਈਟਸ ਹਨ ਉਹਨਾਂ ਬਾਰੇ ਜ਼ਿਕਰ ਕੀਤਾ ਗਿਆ ਹੈ। ਨੈਕਸਟ ਕੁਐਸਚਨ ਰਹੇਗਾ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਸਪੈਸੀਫਿਕਲੀ ਮੈਂਸ਼ਨਡ ਇਨ ਆਰਟੀਕਲ 19 ਆਫ ਦਾ ਕਨਸਟੀਟਿਊਸ਼ਨ। ਸੋ ਆਰਟੀਕਲ ਦਾ ਜੋ ਕਨਸਟੀਟਿਊਸ਼ਨ ਦਾ ਜੋ ਆਰਟੀਕਲ 19 ਹੈ ਉਸ ਦੇ ਵਿੱਚ ਕਿਸ ਚੀਜ਼ ਬਾਰੇ ਜ਼ਿਕਰ ਨਹੀਂ ਕੀਤਾ ਗਿਆ। ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਡੀ, ਫਰੀडम ਆਫ ਪ੍ਰੈਸ। ਠੀਕ ਹੈ ਦੋਸਤੋ, ਇਸ ਦੇ ਬਾਰੇ ਜ਼ਿਕਰ ਨਹੀਂ ਹੈ। ਇਸ ਤੋਂ ਇਲਾਵਾ ਫਰੀडम ਟੂ ਮੂਵ ਫਰੀਲੀ, ਕਿਤੇ ਵੀ ਜਾਣਾ ਹੋਵੇ, ਫਰੀडम ਟੂ ਅਸੈਂਬਲ ਪੀਸਫੁਲੀ ਵਿਦਆਊਟ ਆਰਮਸ। ਸੋ ਆਰਮਸ ਤੁਸੀਂ ਜਾਣਦੇ ਹਾਂ ਕਿ ਵੈਪਨਸ ਨੂੰ ਆਰਮਸ ਕਿਹਾ ਜਾਂਦਾ ਹੈ, ਮੇਨਲੀ ਬੰਦੂਕਾਂ ਨੂੰ। ਸੋ ਉਸ ਤੋਂ ਇਲਾਵਾ ਅਸੀਂ ਕਿਤੇ ਵੀ ਇਕੱਠੇ ਹੋ ਸਕਦੇ ਹਾਂ। ਠੀਕ ਹੈ ਦੋਸਤੋ, ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, ਇਹ ਸਾਰੇ ਹੀ ਆਰਟੀਕਲ 19 ਵਿੱਚ ਮੈਂਸ਼ਨ ਹਨ, ਬਟ ਆਪਸ਼ਨ ਡੀ ਜੋ ਹੈ ਇਹ ਮੈਂਸ਼ਨ ਨਹੀਂ ਹੈ। ਠੀਕ ਹੈ ਦੋਸਤੋ, ਸੋ ਆਪਸ਼ਨ ਡੀ ਬਿਲਕੁਲ ਕਰੈਕਟ ਉੱਤਰ ਰਹੇਗਾ। ਨੈਕਸਟ ਕੁਐਸਚਨ, ਰਾਈਟ ਟੂ ਕਨਸਟੀਟਿਊਸ਼ਨਲ ਰੈਮਡੀਜ਼ ਕਮ ਅੰਡਰ। ਸੋ ਦੋਸਤੋ, ਇਹ ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ। ਰਾਈਟ ਟੂ ਕਨਸਟੀਟਿਊਸ਼ਨਲ ਰੈਮਡੀਜ਼, ਜਿਸ ਨੂੰ ਕਿ ਬਾਬਾ ਸਾਹਿਬ ਅੰਬੇਦਕਰ ਨੇ ਹਾਰਟ ਆਫ ਦਾ ਕਨਸਟੀਟਿਊਸ਼ਨ ਵੀ ਕਿਹਾ ਹੈ, ਹਾਰਟ ਆਫ ਕਨਸਟੀਟਿਊਸ਼ਨ। ਠੀਕ ਹੈ ਦੋਸਤੋ, ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਏ। ਠੀਕ ਹੈ ਦੋਸਤੋ, ਸੋ ਕਿਉਂਕਿ ਇਹ ਇਸ ਦਾ ਆਰਟੀਕਲ ਜੋ ਹੈ ਆਰਟੀਕਲ ਨੰਬਰ 32 ਦੇ ਤਹਿਤ ਆਉਂਦਾ ਹੈ। ਠੀਕ ਹੈ ਦੋਸਤੋ, ਸੋ ਸਾਡੇ ਫੰਡਾਮੈਂਟਲ ਰਾਈਟਸ ਹਨ ਜੋ ਉਹ 12 ਤੋਂ 32 ਤੱਕ ਹਨ। ਸੋ ਇਸ ਕਰਕੇ ਫੰਡਾਮੈਂਟਲ ਰਾਈਟਸ ਦੀ ਕੈਟੇਗਰੀ ਦੇ ਵਿੱਚ ਆਉਂਦਾ ਹੈ, ਬਟ ਇਹ ਕਨਸਟੀਟਿਊਸ਼ਨਲ ਰੈਮਡੀ ਹੈ, ਯਾਨੀ ਕਿ ਜੋ ਵੀ ਸਾਡੇ ਫੰਡਾਮੈਂਟਲ ਰਾਈਟਸ ਹਨ ਅਗਰ ਉਸਨੂੰ ਕਨਸਟੀਟਿਊਸ਼ਨ ਦੇ ਖਿਲਾਫ ਜਾ ਕੇ ਨਹੀਂ ਮੰਨਿਆ ਜਾਂਦਾ ਤਾਂ ਅਸੀਂ ਸਿੱਧਾ ਹੀ ਸੁਪਰੀਮ ਕੋਰਟ ਨੂੰ ਉਸ ਦੇ ਪ੍ਰਤੀ ਆਪਣੀ ਯਾਚੀਕਾ ਜ਼ਾਹਿਰ ਕਰ ਸਕਦੇ ਹਾਂ। ਸੋ ਇਸ ਕਰਕੇ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਏ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ, if an Indian citizen is denied a public office because of his religion, which of the following fundamental rights is denied to him? ਸੋ ਇਸ ਦਾ ਮਤਲਬ ਇਹ ਹੈ ਕਿ ਅਗਰ ਇੰਡੀਆ ਦਾ ਕੋਈ ਨਾਗਰਿਕ ਹੈ, ਉਸਨੂੰ ਪਬਲਿਕ ਆਫਿਸ ਯਾਨੀ ਕਿ ਕੋਈ ਵੀ ਸਰਕਾਰੀ ਅਗਰ ਕੋਈ ਆਫਿਸ ਹੈ ਉਸ ਦੇ ਵਿੱਚ ਉਸਨੂੰ ਧਰਮ ਦੇ ਆਧਾਰ 'ਤੇ ਕੋਈ ਵੀ ਸਰਵਿਸ ਮਨ੍ਹਾ ਕੀਤੀ ਜਾਂਦੀ ਹੈ, ਸੋ ਉਸ ਦੇ ਅਧੀਨ ਕਿਸ ਫੰਡਾਮੈਂਟਲ ਰਾਈਟ ਨੂੰ ਵਾਇਓਲੇਟ ਕੀਤਾ ਜਾ ਰਿਹਾ ਹੈ। ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਬੀ, ਰਾਈਟ ਟੂ ਇਕੁਐਲਿਟੀ। ਠੀਕ ਹੈ ਦੋਸਤੋ, ਆਪਸ਼ਨ ਬੀ ਬਿਲਕੁਲ ਕਰੈਕਟ ਉੱਤਰ ਰਹੇਗਾ। ਨੈਕਸਟ ਕੁਐਸਚਨ, ਫੰਡਾਮੈਂਟਲ ਫਰੀडम्स ਅੰਡਰ ਆਰਟੀਕਲ 19 ਆਰ ਸਸਪੈਂਡਡ ਡਿਊਰਿੰਗ ਦਾ ਐਮਰਜੈਂਸੀ ਕੋਜ਼ਡ ਬਾਏ। ਸੋ ਆਰਟੀਕਲ 19 ਦੀਆਂ ਜੋ ਹੁਣੀ ਫਰੀडम्स ਅਸੀਂ ਪਿਛਲੇ ਕੁਐਸਚਨਸ ਵਿੱਚ ਵੀ ਪੜ੍ਹੀਆਂ ਸੀ, ਉਹ ਕਿਹੜੀ ਐਮਰਜੈਂਸੀ ਦੇ ਦੌਰਾਨ ਸਸਪੈਂਡ ਕੀਤੀਆਂ ਜਾ ਸਕਦੀਆਂ ਹਨ। ਸੋ ਇਸ ਦਾ ਸਹੀ ਉੱਤਰ ਰਹੇਗਾ ਵਾਰ ਐਂਡ ਐਕਸਟਰਨਲ ਐਗਰੈਸ਼ਨ।
ਸੋ ਜਦੋਂ ਵੀ ਦੇਸ਼ ਦੇ ਵਿੱਚ ਯੁੱਧ ਦੀ ਸਥਿਤੀ ਬਣ ਜਾਂਦੀ ਹੈ ਤਾਂ ਉਸ ਸਮੇਂ ਇਹ ਫੰਡਾਮੈਂਟਲ ਰਾਈਟਸ ਜੋ ਹਨ ਇਹਨਾਂ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ ਕੁਝ ਸਮੇਂ ਲਈ। ਠੀਕ ਹੈ ਦੋਸਤੋ। ਸੋ ਨੈਕਸਟ ਕੁਐਸਚਨ ਰਹੇਗਾ ਦੋਸਤੋ, ਦ ਥਿਊਰੀ ਆਫ ਫੰਡਾਮੈਂਟਲ ਰਾਈਟਸ ਇੰਪਲਾਈਜ਼। ਸੋ ਜੋ ਫੰਡਾਮੈਂਟਲ ਰਾਈਟਸ ਦੀ ਥਿਊਰੀ ਹੈ ਇਹ ਕੀ ਇੰਪਲਾਈ ਕਰਦੀ ਹੈ? ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਸੀ, ਲਿਮਿਟਡ ਗਵਰਨਮੈਂਟ। ਠੀਕ ਹੈ ਦੋਸਤੋ, ਇਸ ਦੇ ਤਹਿਤ ਦੱਸਿਆ ਜਾਂਦਾ ਹੈ ਕਿ ਜੋ ਗਵਰਨਮੈਂਟ ਹੈ ਉਹ ਆਪਣੀ ਸ਼ਕਤੀਆਂ ਦੇ ਵਿੱਚ ਬਹੁਤ ਹੀ ਲਿਮਿਟਡ ਹੈ ਅਤੇ ਉਸਨੂੰ ਜੋ ਸਿਟੀਜ਼ਨਸ ਦੇ ਫੰਡਾਮੈਂਟਲ ਰਾਈਟਸ ਹਨ ਉਸ ਦੇ ਤਹਿਤ ਹੀ ਕੰਮ ਕਰਨਾ ਪੈਂਦਾ ਹੈ। ਠੀਕ ਹੈ ਦੋਸਤੋ, ਆਪਸ਼ਨ ਸੀ ਬਿਲਕੁਲ ਕਰੈਕਟ ਉੱਤਰ ਰਹੇਗਾ। ਨੈਕਸਟ ਕੁਐਸਚਨ ਰਹੇਗਾ, prohibition of discrimination on grounds of religion etc. Article 15 of the Constitution India is a fundamental right classifiable under। ਸੋ ਜੋ ਆਰਟੀਕਲ 15 ਹੈ ਜਿਸ ਦੇ ਤਹਿਤ ਕਿ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾ ਸਕਦੀ ਧਰਮ ਦੇ ਆਧਾਰ 'ਤੇ, ਸੋ ਇਹ ਜੋ ਹੈ ਇਹ ਕਿਸ ਰਾਈਟ ਦੇ ਅਧੀਨ ਆਉਂਦਾ ਹੈ? ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਡੀ, ਰਾਈਟ ਟੂ ਇਕੁਐਲਿਟੀ। ਠੀਕ ਹੈ ਦੋਸਤੋ, ਆਪਸ਼ਨ ਡੀ। Next question, any dispute regarding the violation of fundamental rights can be presented। ਸੋ ਫੰਡਾਮੈਂਟਲ ਰਾਈਟਸ ਦੇ ਵਿੱਚ ਅਗਰ ਕਿਸੇ ਵੀ ਤਰੀਕੇ ਦੀ ਵਾਇਓਲੇਸ਼ਨ ਕੀਤੀ ਜਾਂਦੀ ਹੈ ਸੋ ਅਸੀਂ ਕੀ ਕਰ ਸਕਦੇ ਹਾਂ? ਸੋ ਸਹੀ ਉੱਤਰ ਰਹੇਗਾ ਐਦਰ ਇਨ ਦਾ ਸੁਪਰੀਮ ਕੋਰਟ ਔਰ ਇਨ ਦਾ ਹਾਈ ਕੋਰਟ। ਅਸੀਂ ਉਸ ਦੇ ਖਿਲਾਫ ਰਿਟ ਪਾ ਸਕਦੇ ਹਾਂ ਜਾਂ ਅਸੀਂ ਸੁਪਰੀਮ ਕੋਰਟ ਵਿੱਚ ਉਸ ਨੂੰ ਚੈਲੰਜ ਕਰ ਸਕਦੇ ਹਾਂ ਡਾਇਰੈਕਟ, ਹਾਈ ਕੋਰਟ ਦੇ ਵਿੱਚ ਵੀ। ਠੀਕ ਹੈ ਦੋਸਤੋ, ਹਾਈ ਕੋਰਟ ਸਟੇਟਸ ਲਈ ਅਤੇ ਸੁਪਰੀਮ ਕੋਰਟ ਇੰਡੀਆ ਲੈਵਲ 'ਤੇ। Next question, which of the following are included in the directive principles of state policy? So directive principle of state policy यानी कि DPSP ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੁੰਦਾ ਹੈ ਐਗਜ਼ਾਮੀਨਰਸ ਦਾ, ਖਾਸ ਕਰ ਪੰਜਾਬ ਵਰਗੇ ਪੇਪਰਾਂ ਲਈ। ਸੋ ਉਸ ਦੇ ਵਿੱਚ ਕਿਹੜੀਆਂ ਸਟੇਟਮੈਂਟਸ ਹਨ ਜੋ DPSP ਦੇ ਅਧੀਨ ਆਉਂਦੀਆਂ ਹਨ? ਸੋ ਸਹੀ ਉੱਤਰ ਰਹੇਗਾ ਇਸ ਦਾ ਆਪਸ਼ਨ ਬੀ, 2 ਓਨਲੀ। यानी कि prohibition of consumption except for medicinal purpose of intoxicating drinks and of other drugs which are injurious to health। ਸੋ ਅਸੀਂ ਦੇਖਦੇ ਹਾਂ ਕਿ ਜੋ ਵੀ ਡਰੱਗਸ ਵਗੈਰਾ ਹਨ ਉਹਨਾਂ ਨੂੰ ਮੈਡੀਕਲ ਪਰਪਸ ਲਈ ਹੀ ਯੂਜ਼ ਕੀਤਾ ਜਾਣਾ ਚਾਹੀਦਾ ਹੈ, ਇਹਦਾ DPSP ਵਿੱਚ ਕਿਹਾ ਜਾਂਦਾ ਹੈ। ਸੋ ਇਸ ਦੇ ਨਾਲ ਹੀ ਦੋਸਤੋ ਤੁਹਾਨੂੰ ਮੈਂ ਇਹ ਵੀ ਪੁਆਇੰਟ ਦੱਸਣਾ ਚਾਹਾਂਗਾ ਕਿ ਜੋ DPSP ਹੁੰਦੇ ਹਨ ਇਹ ਨੋਨ ਇਨਫੋਰਸੀਏਬਲ ਬਾਈ ਲਾਅ ਹੁੰਦੇ ਹਨ, ਜਿਸ ਦਾ ਮਤਲਬ ਹੈ ਕਿ ਇਹਨਾਂ ਨੂੰ ਮੰਨਣਾ ਜਾਂ ਨਾ ਮੰਨਣਾ ਕਿਸੇ ਵੀ ਸਟੇਟ ਗੌਰਮੈਂਟ ਦੇ ਉਹਨਾਂ ਦਾ ਆਪਣਾ ਡਿਸੀਜਨ ਹੁੰਦਾ ਹੈ ਕਿ ਉਹਨਾਂ ਨੇ ਇਸ ਨੂੰ ਫੋਲੋ ਕਰਨਾ ਹੈ ਜਾਂ ਨਹੀਂ। ਠੀਕ ਹੈ ਦੋਸਤੋ, ਜਿਵੇਂ ਕਿ ਤੁਸੀਂ ਹੁਣ ਇਹ ਪੁਆਇੰਟ ਪੜ੍ਹਿਆ ਸੀ ਕਿ ਜੋ ਇੰਟੋਕਸੀਕੇਟਿਡ ਡਰਿੰਕਸ ਹਨ ਜਾਂ ਡਰੱਗਸ ਹਨ ਉਹਨਾਂ ਨੂੰ ਮੈਡੀਕਲ ਪਰਪਸ ਲਈ ਯੂਜ਼ ਕਰਨਾ ਚਾਹੀਦਾ ਹੈ, ਬਟ ਅਸੀਂ ਦੇਖਦੇ ਹੀ ਹਾਂ ਕਿ ਪੰਜਾਬ ਗੌਰਮੈਂਟ ਜਾਂ ਫਿਰ ਪੰਜਾਬ ਵਰਗੀ ਸਟੇਟ ਦੇ ਵਿੱਚ ਵੀ ਆਰਾਮ ਨਾਲ ਜੋ ਅਸੀਂ ਜਾਣਦੇ ਹਾਂ ਕਿ ਨਸ਼ਾ ਵਗੈਰਾ ਕਾਫੀ ਜ਼ਿਆਦਾ ਵੱਧ ਰਿਹਾ ਹੈ। ਸੋ ਇਸ ਕਰਕੇ ਇਹ ਸਟੇਟ ਗੌਰਮੈਂਟ ਦੇ ਉੱਤੇ ਹੀ ਡਿਪੈਂਡ ਕਰਦਾ ਹੈ। ठीक है दोस्तों, नेक्स्ट क्वेश्चन, इंडियन कॉन्स्टिट्यूशन रिकॉग्नाइजेस माइनॉरिटीज़ ऑन द बेसिस ऑफ। सो इंडियन कॉन्स्टिट्यूशन है जो है ये माइनॉरिटीज़ ਨੂੰ किस बेसिस ਤੇ रिकॉग्नाइज करता है? जी हाँ दोस्तों, सो सही उत्तर रहेगा ए। ਇਸ ਦਾ ਮਤਲਬ ਇਹ ਹੈ ਕਿ ਧਰਮ ਦੇ ਆਧਾਰ 'ਤੇ ਇੰਡੀਆ ਦੇ ਵਿੱਚ ਜਿਸ ਵੀ ਧਰਮ ਦੇ ਸਭ ਤੋਂ ਘੱਟ ਸਮਰਥਕ ਹੋਣਗੇ ਜਾਂ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਘੱਟ ਲੋਕ ਹੋਣਗੇ ਉਸਨੂੰ ਮਾਈਨੋਰਿਟੀ ਦੇ ਵਿੱਚ ਮੰਨਿਆ ਜਾਂਦਾ ਹੈ। ਸੋ ਮਾਈਨੋਰਿਟੀ ਦਾ ਬੇਸਿਸ ਰਿਲੀਜਨ ਦੇ ਆਧਾਰ 'ਤੇ ਹੁੰਦਾ ਹੈ। ਠੀਕ ਹੈ ਦੋਸਤੋ, ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਕੰਟੈਂਟ ਪਸੰਦ ਆ ਰਿਹਾ ਹੋਵੇਗਾ। ਸੋ ਦੋਸਤੋ ਜ਼ਰੂਰੀ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋਏ ਚੱਲਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਠੀਕ ਹੈ ਜੀ, ਅਤੇ ਕੁਐਸਚਨਸ ਦਾ ਆਨਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਨਾਲ ਜਦੋਂ ਵੀ ਮੈਂ ਕੁਐਸਚਨ ਨੂੰ ਰੀਡ ਕਰਦਾ ਹਾਂ ਤਾਂ ਤੁਸੀਂ ਵੀਡੀਓ ਨੂੰ ਰੋਕ ਕੇ ਉਸ ਦਾ ਆਨਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਅਗਰ ਮੈਂ ਆਨਸਰ ਦੇਣ ਦੀ ਵੇਟ ਕਰਾਂਗਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਵੇਗੀ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ, ਦ ਫੰਡਾਮੈਂਟਲ ਇੰਡੀਵਿਜੂਅਲਸ ਆਰ। ਸੋ ਜੋ ਫੰਡਾਮੈਂਟਲ ਇੰਡੀਵਿਜੂਅਲਸ ਆਰ ਇਹ ਸਾਰੇ ਹੀ ਪੁਆਇੰਟਸ ਨੂੰ ਕਰੈਕਟ ਦੱਸ ਰਿਹਾ ਹੈ। ਮੀਨਸ ਲਿਮਿਟਡ ਟੂ ਦਾ ਸਟੇਟ ਐਕਸ਼ਨ ਓਨਲੀ। ਇਸ ਦਾ ਮਤਲਬ ਹੈ ਕਿ ਜੋ ਇੰਡੀਵਿਜੂਅਲਸ ਹਨ ਇਹਨਾਂ ਦੀ ਪਾਵਰ ਸਟੇਟਸ ਤੱਕ ਹੀ ਲਿਮਿਟਡ ਹੈ ਐਂਡ meant to protect persons against the conduct of private persons। ਸੋ ਦੋਸਤੋ ਇਸ ਦੇ ਵਿੱਚ ਇੱਕ ਵਰਡ ਮਿਸਿੰਗ ਹੈ, ਫੰਡਾਮੈਂਟਲ ਰਾਈਟਸ। ਠੀਕ ਹੈ, it is meant to
protect persons against the private persons and meant to protect the persons against police action। ਜੀ ਹਾਂ, ਸੋ ਇਹ ਸਾਰੇ ਹੀ ਪੁਆਇੰਟ ਫੰਡਾਮੈਂਟਲ ਰਾਈਟਸ ਦੇ ਲਈ ਬਿਲਕੁਲ ਸਹੀ ਹਨ। ਨੈਕਸਟ ਕੁਐਸਚਨ, ਆਰਟੀਕਲ 14 guarantees equality before law and equal protection of law to all the persons living within the territory of India। ਸੋ ਜੋ ਆਰਟੀਕਲ 14 ਹੈ ਇਹ ਗਰੰਟੀ ਦਿੰਦਾ ਹੈ ਇਕੁਅਲਿਟੀ ਬਿਫੋਰ ਲੋ, ਯਾਨੀ ਕਿ ਕਾਨੂੰਨ ਦੇ ਸਾਹਮਣੇ ਸਭ ਨੂੰ ਹੀ ਸਮਾਨ ਮੰਨਿਆ ਜਾਵੇਗਾ। ਸੋ ਇਹ ਜੋ ਰੂਲ ਹੈ ਇਹ ਇੰਡੀਆ ਦੀ ਟੈਰੀਟਰੀ ਦੇ ਅੰਦਰ ਆਉਣ ਵਾਲੇ ਸਾਰੇ ਹੀ ਏਰੀਆਜ਼ ਦੇ ਵਿੱਚ ਇਕੁਅਲੀ ਲਾਗੂ ਹੁੰਦਾ ਹੈ। ਠੀਕ ਹੈ ਦੋਸਤੋ। Next question, which schedule of the Constitution of India contains special provisions for the administration and controls of scheduled area and several states। ਸੋ ਕਿਸ ਅਸੀਂ ਦੇਖਿਆ ਸੀ ਕਿ ਟੋਟਲ 12 ਸ਼ਡਿਊਲ ਹਨ ਸਾਡੇ ਕੌਂਸਟੀਟਿਊਸ਼ਨ ਦੇ ਵਿੱਚ। ਸੋ ਉਹਨਾਂ ਵਿੱਚੋਂ ਕਿਹੜਾ ਸ਼ਡਿਊਲ ਹੈ ਜਿਸ ਦੇ ਵਿੱਚ ਕਿ ਕੁਝ ਸਪੈਸ਼ਲ ਏਰੀਆਜ਼ ਦੇ ਸ਼ਡਿਊਲ ਏਰੀਆਜ਼ ਅਤੇ ਟਰਾਈਬਸ ਬਾਰੇ ਗੱਲ ਕੀਤੀ ਗਈ ਹੈ। ਤੇ ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ 5th। ਠੀਕ ਹੈ ਦੋਸਤੋ, ਆਪਸ਼ਨ ਬੀ ਬਿਲਕੁਲ ਕਰੈਕਟ ਉੱਤਰ ਰਹੇਗਾ। ਅਨਟਚੇਬਿਲਿਟੀ ਇਜ਼ ਅਬੋਲਿਸ਼ਡ ਐਂਡ ਇਟਸ ਪ੍ਰੈਕਟਿਸ ਇਜ਼ ਪਨਿਸ਼ੇਬਲ ਅਕੋਰਡਿੰਗ ਟੂ। ਸੋ ਅਨਟਚੇਬਿਲਿਟੀ ਯਾਨੀ ਕਿ ਛੂਆ-ਛੂਤ ਜੋ ਕਿ ਪੁਰਾਣੇ ਸਮੇਂ ਵਿੱਚ ਬਹੁਤ ਹੀ ਜ਼ਿਆਦਾ ਪ੍ਰਚਲਿਤ ਸੀ। ਸੋ ਕੌਂਸਟੀਟਿਊਸ਼ਨ ਦੇ ਵਿੱਚ ਇਹ ਕਿਸ ਆਰਟੀਕਲ ਦੇ ਤਹਿਤ ਪਨਿਸ਼ੇਬਲ ਹੈ ਯਾਨੀ ਕਿ ਇਲੀਗਲ ਹੈ। ਸੋ ਇਸ ਦਾ ਸਹੀ ਉੱਤਰ ਰਹੇਗਾ ਆਪਸ਼ਨ ਸੀ 17 ਆਰਟੀਕਲ ਦੇ ਅਧੀਨ ਅਨਟਚੇਬਿਲਿਟੀ ਜੋ ਹੈ ਇਹ ਪਨਿਸ਼ੇਬਲ ਇਨ ਦਾ ਆਈਸ ਆਫ ਲੋ ਹੈ। ਠੀਕ ਹੈ ਦੋਸਤੋ। ਨੈਕਸਟ ਕੁਐਸਚਨ, ਵਿਚ ਵਨ ਇਜ਼ ਨੋਟ ਕਰੈਕਟਲੀ ਮੈਚਡ। ਸੋ ਹੇਠ ਲਿਖਿਆਂ ਵਿੱਚੋਂ ਇਨਕਰੈਕਟਲੀ ਮੈਚ ਦੱਸੋ ਕਿਹੜਾ ਹੈ। ਨੋਟ ਸਹੀ ਉੱਤਰ ਹੈ ਆਪਸ਼ਨ ਸੀ, ਯਾਨੀ ਕਿ ਇਹ ਆਪਸ਼ਨ ਗਲਤ ਹੈ। ਇਸ ਤੋਂ ਇਲਾਵਾ ਫਰੀडम ऑफ स्पीच एंड एक्सप्रेशन इज़ इंक्लूडेड इन द फ्रीडम ऑफ प्रेस। जी हाँ बिल्कुल सही है। फ्रीडम ऑफ कंसाइज इट इंक्लूड्स द राइट टू वेयर एंड कैरी कृपान बाय सिक्स। जी हाँ बिल्कुल सही। एंड राइट टू इक्वलिटी इंक्लूड प्रिंसिपल्स ऑफ नेचुरल जस्टिस। ये सारे सही हैं। इस तो इलावा सी गलत है। ठीक है दोस्तों। वधदे हैं नैक्सट क्वेश्चन वाल। As far as armed forces are concerned, the fundamental rights are granted under Article 14 and 19 of the Constitution are। So armed forces ਦੇ ਰਿਗਾਰਡਿੰਗ ਅਗਰ ਗੱਲ ਕੀਤੀ ਜਾਵੇ ਤਾਂ 14 ਅਤੇ 19ਵਾਂ ਜੋ ਆਰਟੀਕਲ ਹੈ they are available only according to the law made by parliament। ਸੋ ਅਸੀਂ ਜਾਣਦੇ ਹਾਂ ਕਿ ਇੰਡੀਆ ਦੇ ਵਿੱਚ ਜਿੰਨੇ ਵੀ ਲਾਅ ਬਣਦੇ ਹਨ ਇਹ ਸਾਰੇ ਪਾਰਲੀਮੈਂਟ 'ਚੋਂ ਹੀ ਬਣਦੇ ਹਨ। ਸੋ ਇਸ ਕਰਕੇ ਇਸ ਦਾ ਸਿੰਪਲ ਜਵਾਬ ਆਨਸਰ ਰਹੇਗਾ ਅਵੇਲੇਬਲ ਓਨਲੀ ਅਕੋਰਡਿੰਗ ਟੂ ਦਾ ਲਾਅ ਮੇਡ ਬਾਈ ਪਾਰਲੀਮੈਂਟ, ਕਿਉਂਕਿ ਸਾਡੇ ਜਿੰਨੇ ਵੀ ਲਾਅ ਹਨ ਇਹ ਪਾਰਲੀਮੈਂਟ ਦੇ ਰਾਹੀਂ ਹੀ ਬਣਦੇ ਹਨ। ਠੀਕ ਹੈ ਦੋਸਤੋ। ਰਾਈਟ ਟੂ ਐਜੂਕੇਸ਼ਨ ਇਜ਼ ਅ ਫੰਡਾਮੈਂਟਲ ਰਾਈਟ ਐਮਨੇਟਿੰਗ ਫਰੋਮ ਰਾਈਟ ਟੂ। ਸੋ ਜੋ ਰਾਈਟ ਟੂ ਐਜੂਕੇਸ਼ਨ ਹੈ ਇਹ ਲਾਈਫ ਐਂਡ ਪਰਸਨਲ ਲਿਬਰਟੀ ਅੰਡਰ ਆਰਟੀਕਲ 21 ਦੇ ਅਧੀਨ ਹੀ ਆਉਂਦਾ ਹੈ। ठीक है दोस्तों, ऑप्शन सी बिल्कुल करेक्ट रहेगा। द कॉन्स्टिट्यूशन नेम्स आवर कंट्री एज। सो कॉन्स्टिट्यूशन ਦੇ ਵਿੱਚ ਇੰਡੀਆ ਦਾ ਨਾਮ ਕੀ ਹੈ। ਇਸ ਦਾ ਸਹੀ ਉੱਤਰ ਰਹੇਗਾ ਇੰਡੀਆ ਦੈਟ ਇਜ਼ ਭਾਰਤ। ਐਗਜ਼ੈਕਟ ਇਸ ਤਰੀਕੇ ਨਾਲ ਹੀ ਵਰਡ ਯੂਜ਼ ਕੀਤੇ ਗਏ ਹਨ। ਨੈਕਸਟ ਕੁਐਸਚਨ, ਦ ਕॉन्स्टिट्यूशन provides that Hindi shall be। ਸੋ ਕੌਂਸਟੀਟਿਊਸ਼ਨ ਦੇ ਅਕੋਰਡਿੰਗ ਹਿੰਦੀ ਸ਼ੈਲ ਬੀ ਦਾ ਓਫੀਸ਼ੀਅਲ ਲੈਂਗੁਏਜ ਆਫ ਯੂਨੀਅਨ ਆਫ ਇੰਡੀਆ। ਜੀ ਹਾਂ ਦੋਸਤੋ, ਇੰਡੀਆ ਦੀ ਅਗਰ ਓਫੀਸ਼ੀਅਲ ਲੈਂਗੁਏਜ ਪੁੱਛੀ ਜਾਵੇ ਤਾਂ ਉਹ ਹਿੰਦੀ ਹੈ। ਕਾਫੀ ਇੰਪੋਰਟੈਂਟ ਕੁਐਸਚਨ ਰਹਿ ਜਾਂਦਾ ਹੈ ਇਹ। ਨੈਕਸਟ ਕੁਐਸਚਨ, ਵਟ ਇਜ਼ ਦ ਮਿਨੀਮਮ ਪਰਮਿਸਿਬਲ ਏਜ ਫॉर ਦ ਇੰਪਲੋਇਮੈਂਟ ਇਨ ਐਨੀ ਫੈਕਟਰੀ ਔਰ ਮਾਈਨ। ਸੋ ਫੈਕਟਰੀ ਜਾਂ ਫਿਰ ਕਿਸੇ ਵੀ ਮਾਈਨ ਦੇ ਵਿੱਚ ਕੰਮ ਕਰਨ ਲਈ ਮਿਨੀਮਮ ਇੰਪਲੋਇਮੈਂਟ ਏਜ ਕੀ ਹੈ। ਸਹੀ ਉੱਤਰ ਹੈ 14 ਸਾਲ। ਦੋਸਤੋ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਵੀ। ਉਮੀਦ ਕਰਦਾ ਤੁਹਾਨੂੰ ਕੁਐਸਚਨਸ ਪਸੰਦ ਆ ਰਹੇ ਹੋਣਗੇ ਤਾਂ ਜ਼ਰੂਰੀ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋਏ ਚੱਲਣਾ ਅਤੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦੇ ਹੋਏ ਚੱਲਣਾ ਦੋਸਤੋ। ਵੱਧਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਏ ਕੰਡੀਸ਼ਨ ਫॉर ਬਿਕਮਿੰਗ ਏ ਸਿਟੀਜ਼ਨ ਆਫ ਇੰਡੀਆ। ਸੋ ਹੇਠ ਲਿਖੀਆਂ ਕੰਡੀਸ਼ਨਸ ਵਿੱਚੋਂ ਕਿਹੜੀ ਉਹ ਕੰਡੀਸ਼ਨ ਹੈ ਜੋ ਇੰਡੀਆ ਦਾ ਨਾਗਰਿਕ ਬਣਨ ਲਈ ਜ਼ਰੂਰੀ ਨਹੀਂ ਹੈ। ਸਹੀ ਉੱਤਰ ਹੈ
एक्वायरिंग प्रॉपर्टी, सो प्रॉपर्टी लेना एक कंडीशन नहीं है। इस तो इलावा इंडिया ਦੇ ਵਿੱਚ जन्म होना, डिसेंडेंट, नैचुरलाइजेशन, ये सारे ही कंडीशनस हैं। सो दोस्तों कॉन्स्टिट्यूशन के अकॉर्डिंग 5 सिटीजनशिप लैंड के तरीके हैं। ठीक है दोस्तों, 3 तो इतने लिखे हुए हैं, बर्थ, डिसेंडेंट, नैचुरलाइजेशन। इस तो इलावा रजिस्ट्रेशन ਅਤੇ ਇਨਕੋਰਪੋਰੇਸ਼ਨ ਆਫ ਟੈਰੀਟਰੀ, यानी कि ਜਦੋਂ ਵੀ ਅਗਰ ਇੰਡੀਆ ਕਿਸੇ ਵੀ ਹੋਰ ਦੇਸ਼ ਦੀ ਕਿਸੇ ਟੈਰੀਟਰੀ ਨੂੰ ਅਗਰ ਐਕਵਾਇਰ ਕਰੇਗਾ ਤਾਂ ਉੱਥੋਂ ਦੇ ਨਾਗਰਿਕ ਵੀ ਇੰਡੀਆ ਦੇ ਨਾਗਰਿਕ ਹੀ ਮੰਨੇ ਜਾਣਗੇ। ਠੀਕ ਹੈ ਦੋਸਤੋ, ਇਸ ਨੂੰ ਮੈਂ ਡਿਟੇਲ ਦੇ ਵਿੱਚ ਵੀ ਤੁਹਾਨੂੰ ਕਿਸੇ ਹੋਰ ਵੀਡੀਓ ਵਿੱਚ ਜ਼ਰੂਰ ਕਰਵਾ ਦੇਵਾਂਗਾ। ਨੈਕਸਟ ਕੁਐਸਚਨ ਹੈ, ਹੂ ਇਜ਼ ਕੰਪੀਟਡ ਟੂ ਪ੍ਰਿਸਕ੍ਰਾਈਬ ਕੰਡੀਸ਼ਨਸ ਐਜ਼ ਫॉर ਐਕਵਾਇਰਿੰਗ ਦਾ ਇੰਡੀਅਨ ਸਿਟੀਜ਼ਨਸ਼ਿਪ। ਸੋ ਇੰਡੀਆ ਦਾ ਨਾਗਰਿਕ ਬਣਨ ਲਈ ਜੋ ਵੀ ਕੰਡੀਸ਼ਨਸ ਹਨ ਇਹਨਾਂ ਨੂੰ ਕੌਣ ਡਿਸਾਈਡ ਕਰਦਾ ਹੈ ਜਾਂ ਕੌਣ ਪ੍ਰਿਸਕ੍ਰਾਈਬ ਕਰਦਾ ਹੈ? ਸਹੀ ਉੱਤਰ ਹੈ ਪਾਰਲੀਮੈਂਟ। ਦੋਸਤੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਜੋ ਵੀ ਡਿਸੀਜਨਸ ਇੰਡੀਆ ਲੈਵਲ 'ਤੇ ਲਏ ਜਾਂਦੇ ਹਨ ਇਹ ਪਾਰਲੀਮੈਂਟ ਦੇ ਵਿੱਚੋਂ ਹੀ ਪਾਸ ਹੁੰਦੇ ਹਨ ਅਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਇਹਨਾਂ ਉੱਤੇ ਸਾਈਨ ਕਰਦਾ ਹੈ, ਫਿਰ ਹੀ ਉਹ ਜੋ ਬਿੱਲ ਹੁੰਦਾ ਹੈ ਪਾਸ ਹੋ ਕੇ ਐਕਟ ਬਣ ਜਾਂਦਾ ਹੈ। ਠੀਕ ਹੈ ਦੋਸਤੋ, ਆਪਸ਼ਨ ਏ ਬਿਲਕੁਲ ਕਰੈਕਟ ਉੱਤਰ ਰਹੇਗਾ। ਹਾਂਜੀ, ਤਾਂ ਨੈਕਸਟ ਕੁਐਸਚਨ ਰਹੇਗਾ, ਵਿਚ ਆਫ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਦ ਐਕੁਜੀਸ਼ਨ ਆਫ ਇੰਡੀਅਨ ਸਿਟੀਜ਼ਨਸ਼ਿਪ ਇਜ਼ ਕਰੈਕਟ। ਸੋ ਹੇਠ ਲਿਖੀਆਂ ਕਿਹੜੀਆਂ ਕੰਡੀਸ਼ਨਸ ਦੇ ਵਿੱਚੋਂ ਐਕੁਜੀਸ਼ਨ ਅਗਰ ਅਸੀਂ ਇੰਡੀਆ ਦੀ ਸਿਟੀਜ਼ਨਸ਼ਿਪ ਲੈਣੀ ਹੈ ਤਾਂ ਕਿਹੜੀ ਸਟੇਟਮੈਂਟ ਬਿਲਕੁਲ ਕਰੈਕਟ ਹੈ? ਸੋ ਸਹੀ ਉੱਤਰ ਰਹੇਗਾ ਇਸ ਦਾ ਦੋਸਤੋ ਆਪਸ਼ਨ ਸੀ, ਇਫ ਬੋਰਨ ਇਨ ਇੰਡੀਆ only that person can acquire citizenship at least one of the whose parents of is in Indian। ਸੋ ਜੋ ਵੀ ਬੱਚਾ ਇੰਡੀਆ ਵਿੱਚ ਜਨਮ ਲੈਂਦਾ ਹੈ ਉਸਦੇ ਪੇਰੈਂਟਸ ਦਾ ਇੰਡੀਆ ਸਿਟੀਜ਼ਨਸ਼ਿਪ ਦੇ ਵਿੱਚ ਹੋਣਾ ਲਾਜ਼ਮੀ ਹੈ, ਉਸ ਦੇ ਨਾਲ ਹੀ ਉਸਨੂੰ ਸਿਟੀਜ਼ਨਸ਼ਿਪ ਮਿਲ ਜਾਵੇਗੀ ਇੰਡੀਆ ਦੀ। ਠੀਕ ਹੈ ਦੋਸਤੋ, ਸੋ ਆਪਸ਼ਨ ਸੀ ਬਿਲਕੁਲ ਕਰੈਕਟ ਉੱਤਰ ਰਹੇਗਾ। ਹਾਂਜੀ, ਨੈਕਸਟ ਕੁਐਸਚਨ ਰਹੇਗਾ, ਅਕੋਰਡਿੰਗ ਟੂ ਦਾ ਸਿਟੀਜ਼ਨਸ਼ਿਪ ਐਕਟ 1955। ਸਭ ਤੋਂ ਪਹਿਲਾਂ ਦੋਸਤੋ ਤੁਸੀਂ ਇਹ ਐਕਟ ਨੂੰ ਹੀ ਯਾਦ ਰੱਖ ਲਓ, ਸਿਟੀਜ਼ਨਸ਼ਿਪ ਐਕਟ 1955। ਇਹ ਆਪਣੇ ਆਪ ਦੇ ਵਿੱਚ ਹੀ ਇੱਕ ਕੁਐਸਚਨ ਹੈ। ਇੰਡੀਅਨ ਸਿਟੀਜ਼ਨਸ਼ਿਪ ਕੈਨ ਨੋਟ ਬੀ ਐਕਵਾਇਰਡ ਬਾਏ। ਸੋ ਇੰਡੀਅਨ ਸਿਟੀਜ਼ਨਸ਼ਿਪ ਹੇਠ ਲਿਖੀਆਂ ਪੁਆਇੰਟਸ ਵਿੱਚੋਂ ਕਿੱਦਾਂ ਨਹੀਂ ਲਈ ਜਾ ਸਕਦੀ ਦੋਸਤੋ? ਸਹੀ ਉੱਤਰ ਹੈ ਆਪਸ਼ਨ ਏ। ਸੋ ਅਸੀਂ ਗਲਤ ਆਪਸ਼ਨ ਨੂੰ ਪੜ੍ਹਨਾ ਹੀ ਨਹੀਂ ਹੈ, ਸਹੀ ਉੱਤਰ ਪੜ੍ਹਦੇ ਹਾਂ, ਚਿਲਡਰਨ ਬੋਰਨ ਆਫ ਇੰਡੀਆ ਇੰਡੀਅਨ ਸਿਟੀਜ਼ਨਸ ਅਬਰੋਡ। ਸੋ ਜੋ ਇੰਡੀਆ ਵਿੱਚ ਬੱਚੇ ਹੋਏ ਹਨ ਜਿਨ੍ਹਾਂ ਨੇ ਜਨਮ ਲਿਆ ਹੈ ਉਹ ਅਬਰੋਡ ਦੇ ਸਿਟੀਜ਼ਨ ਹਨ, ਉਹ ਵੀ ਇੰਡੀਆ ਦੇ ਹੀ ਸਿਟੀਜ਼ਨ ਕਹਿਲਾਣਗੇ। ਇਸ ਤੋਂ ਇਲਾਵਾ ਇਨਕੋਰਪੋਰੇਸ਼ਨ ਆਫ ਟੈਰੀਟਰੀ ਨੋਟ ਫੋਰਮਿੰਗ ਪਾਰਟ ਆਫ ਇੰਡੀਆ ਐਟ ਦਾ ਕਮੈਂਸਮੈਂਟ ਆਫ ਕੌਂਸਟੀਟਿਊਸ਼ਨ। ਸੋ ਜਿਸ ਸਮੇਂ ਇੰਡੀਆ ਦਾ ਕੌਂਸਟੀਟਿਊਸ਼ਨ ਬਣਿਆ ਸੀ ਉਸ ਸਮੇਂ ਜੋ ਵੀ ਪਾਰਟ ਇੰਡੀਆ ਦੀ ਟੈਰੀਟਰੀ ਦੇ ਨਹੀਂ ਸਨ ਉਹ ਤਾਂ ਸਿਟੀਜ਼ਨਸ਼ਿਪ ਨਹੀਂ ਹੋਣਗੇ। ਇਸ ਤੋਂ ਇਲਾਵਾ ਨੈਚੁਰਲਾਈਜੇਸ਼ਨ ਜੋ ਹੈ ਇਸ ਦੇ ਥਰੂ ਸਿਟੀਜ਼ਨਸ਼ਿਪ ਲਈ ਜਾ ਸਕਦੀ ਹੈ, ਬਟ ਇਹ ਆਪਸ਼ਨ ਜੋ ਹੈ ਜੀ ਇਹ ਪੂਰੀ ਤਰੀਕੇ ਨਾਲ ਗਲਤ ਹੈ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ, ਸਿਟੀਜ਼ਨਸ਼ਿਪ ਪ੍ਰੋਵਾਈਡਸ ਪ੍ਰੋਵੀਜ਼ਨਸ ਆਰ ਇਨਸ਼ਰਾਈਨਡ ਇਨ ਦਾ ਕੌਂਸਟੀਟਿਊਸ਼ਨ ਇਨ। ਸੋ ਜੋ ਸਿਟੀਜ਼ਨਸ਼ਿਪ ਹੈ ਇਹ ਕੌਂਸਟੀਟਿਊਸ਼ਨ ਦੇ ਵਿੱਚ ਇਸ ਦਾ ਜ਼ਿਕਰ ਕਿੱਥੇ ਕੀਤਾ ਗਿਆ ਹੈ? ਸਹੀ ਉੱਤਰ ਹੈ ਪਾਰਟ 2 ਆਰਟੀਕਲ 5 to 11। ਠੀਕ ਹੈ ਦੋਸਤੋ, ਆਪਸ਼ਨ ਬੀ। ਸੋ ਇਹ ਕੁਐਸਚਨ ਵੀ ਕਾफ़ी ਇੰਪੋਰਟੈਂਟ ਹੈ। ਨੈਕਸਟ ਕੁਐਸਚਨ, which of the following articles describes about the persons voluntarily acquiring citizenship of a foreign states not to be citizens। ਸੋ ਹੇਠ ਲਿਖਿਆਂ ਵਿੱਚੋਂ ਕਿਹੜਾ ਆਰਟੀਕਲ ਹੈ ਜੋ ਇਹ ਦੱਸਦਾ ਹੈ ਕਿ ਅਗਰ ਕਿਸੇ ਵੀ ਇੰਡੀਆ ਦੇ ਸਿਟੀਜ਼ਨ ਨੇ ਫੋਰਨ ਸਟੇਟ ਦੀ ਸਿਟੀਜ਼ਨਸ਼ਿਪ ਲੈ ਲਈ ਹੈ ਤਾਂ ਉਹ ਇੰਡੀਆ ਦਾ ਸਿਟੀਜ਼ਨ ਨਹੀਂ ਰਹੇਗਾ। ਸਹੀ ਉੱਤਰ ਰਹੇਗਾ ਆਪਸ਼ਨ ਡੀ ਆਰਟੀਕਲ 9। ਠੀਕ ਹੈ ਦੋਸਤੋ, ਕਾफ़ी इंपॉर्टेंट क्वेश्चन है भी। नेक्स्ट क्वेश्चन, आर्टिकल 6 enshrines the provisions conferring right to citizenship of certain persons who have migrated to India from Pakistan। सो सिटीजनशिप ਦੇ ਜੋ ਰਾਈਟਸ ਹਨ ਉਸ ਦੇ ਵਿੱਚ ਜੋ ਲੋਕ ਪਾਕਿਸਤਾਨ ਤੋਂ ਮਾਈਗਰੇਟ ਹੋ ਕੇ ਇੰਡੀਆ ਆਏ ਸਨ, ਦੈਨ ਵਿਚ ਆਫ ਦ ਫੋਲੋਇੰਗ ਪ੍ਰੋਵੀਜ਼ਨਸ ਇਜ਼ ਇਨਕਰੈਕਟ। ਸੋ ਉਹਨਾਂ ਦੇ ਰਿਲੇਟਡ ਕਿਹੜਾ ਪ੍ਰੋਵੀਜ਼ਨ ਗਲਤ ਹੈ? दोस्तों क्वेश्चन बहुत इंपॉर्टेंट रहने वाला है। सही उत्तर है ऑप्शन ए, ये गलत है। ठीक है दोस्तों, इस तो अलावा ये तीनों ही ऑप्शन बिल्कुल सही हैं, ये ऑप्शन बिल्कुल गलत है।
Next question. Details on how citizenship may be acquired and terminated are enumerated in. So citizenship ਨੂੰ ਕਿਸ ਤਰੀਕੇ ਨਾਲ acquire ਕੀਤਾ ਜਾ ਸਕਦਾ ਹੈ ਅਤੇ ਕਿਵੇਂ ਉਹ terminate ਕੀਤੀ ਜਾ ਸਕਦੀ ਹੈ, ਇਹਨਾਂ ਬਾਰੇ ਡਿਟੇਲ ਕਿੱਥੇ ਦਿੱਤੀ ਗਈ ਹੈ। ਸੋ ਸਹੀ ਉੱਤਰ ਹੈ ਸਿਟੀਜ਼ਨਸ਼ਿਪ ਐਕਟ 1955। ਹੁਣੀ ਦੋਸਤੋ ਤੁਹਾਨੂੰ ਪਿੱਛੇ ਮੈਂ ਦੱਸਿਆ ਸੀ ਕਿ ਇਹ ਐਕਟ ਨੂੰ ਯਾਦ ਰੱਖਣਾ ਜ਼ਰੂਰ। ਨੈਕਸਟ ਕੁਐਸਚਨ, ਇੰਡੀਅਨ ਸਿਟੀਜ਼ਨਸ਼ਿਪ ਆਫ ਏ ਪਰਸਨ ਕੈਨ ਬੀ ਟਰਮੀਨੇਟਡ ਇਫ। ਸੋ ਇੰਡੀਆ ਦੇ ਜੋ ਸਿਟੀਜ਼ਨਸ਼ਿਪ ਹੈ ਇਸ ਨੂੰ ਟਰਮੀਨੇਟ ਯਾਨੀ ਕਿ ਖਤਮ ਕੀਤਾ ਜਾ ਸਕਦਾ ਹੈ। ਆਪਸ਼ਨ ਸੀ 1, 3 ਐਂਡ 4। ਇਫ ਏ ਪਰਸਨ ਵੋਲੰਟਰਲੀ ਅਕਵਾਇਰਸ ਦਾ ਸਿਟੀਜ਼ਨਸ਼ਿਪ ਆਫ ਸਮ ਅਦਰ ਕੰਟਰੀ। ਜੀ ਹਾਂ, ਅਗਰ ਕੋਈ ਆਦਮੀ ਇੰਡੀਆ ਦਾ ਸਿਟੀਜ਼ਨ ਹੈ ਤਾਂ ਉਹ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲੈਂਦਾ ਹੈ ਤਾਂ ਇੰਡੀਆ ਦੀ ਨਾਗਰਿਕਤਾ ਆਪਣੇ ਆਪ ਹੀ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਦ ਗਵਰਨਮੈਂਟ ਆਫ ਇੰਡੀਆ ਇਜ਼ ਸੈਟਿਸਫਾਈਡ ਦੈਟ ਸਿਟੀਜ਼ਨਸ਼ਿਪ ਵਾਜ਼ ਓਬਟੇਨਡ ਬਾਈ ਫਰੋਡ। ਇਸ ਦੇ ਨਾਲ ਹੀ ਅਗਰ ਇਹ ਪ੍ਰੂਵ ਹੋ ਜਾਂਦਾ ਹੈ ਕਿ ਅਗਰ ਕਿਸੇ ਸਿਟੀਜ਼ਨ ਯਾਨੀ ਕਿ ਕਿਸੇ ਵੀ ਨਾਗਰਿਕ ਨੇ ਇੰਡੀਆ ਦੇ ਨਾਗਰਿਕ ਨੇ ਫਰੋਡ ਦੇ ਨਾਲ ਨਾਗਰਿਕਤਾ ਲਈ ਸੀ ਤਾਂ ਉਸਦੀ ਵੀ ਨਾਗਰਿਕਤਾ ਨੂੰ ਟਰਮੀਨੇਟ ਕੀਤਾ ਜਾ ਸਕਦਾ ਹੈ। ਐਂਡ ਆਪਸ਼ਨ 4, ਏ ਪਰਸਨ ਹੂ ਇਜ਼ ਏ ਸਿਟੀਜ਼ਨ ਬਾਈ ਬਰਥ ਇੰਡਲਜਸ ਇਨ ਟਰੇਡ ਵਿਦ ਦ ਐਨੀਮੀ ਕੰਟਰੀ ਡਿਊਰਿੰਗ ਵੋਰ। ਸੋ ਅਗਰ ਇਹ ਵੀ ਪਾਇਆ ਜਾਂਦਾ ਹੈ ਕਿ ਜੋ ਆਦਮੀ ਇੰਡੀਆ ਦੇ ਵਿੱਚ ਬਰਥ ਤਾਂ ਲਿਆ ਸੀ ਬਟ ਯੁੱਧ ਦੇ ਦੌਰਾਨ ਅਗਰ ਉਹ ਕਿਸੇ ਐਨੀਮੀ ਕੰਟਰੀ ਜਿਸ ਦੇ ਨਾਲ ਸਾਡਾ ਯੁੱਧ ਚੱਲ ਰਿਹਾ ਹੈ ਉਸ ਦਾ ਸਾਥ ਦਿੰਦਾ ਹੈ ਤਾਂ ਉਹ ਵੀ ਇੱਕ ਤਰੀਕੇ ਨਾਲ ਦੇਸ਼ ਲਈ ਟੈਰਰਿਸਟ ਮੰਨਿਆ ਜਾਵੇਗਾ ਅਤੇ ਉਸ ਦੀ ਨਾਗਰਿਕਤਾ ਨੂੰ ਰੱਦ ਕੀਤਾ ਜਾ ਸਕਦਾ ਹੈ। ਠੀਕ ਹੈ ਦੋਸਤੋ, ਕਾਫੀ ਇੰਪੋਰਟੈਂਟ ਕੁਐਸਚਨ ਹੈ। ਨੈਕਸਟ ਕੁਐਸਚਨ ਰਹੇਗਾ, ਏ ਪਰਸਨ ਕੈਨ ਬਿਕਮ ਸਿਟੀਜ਼ਨ ਆਫ ਇੰਡੀਆ ਈਵਨ ਇਫ ਬੋਰਨ ਆਊਟਸਾਈਡ ਇੰਡੀਆ ਇਫ ਹਿਜ਼ ਹਰ। ਸੋ ਇੱਕ ਆਦਮੀ ਇੰਡੀਆ ਦਾ ਸਿਟੀਜ਼ਨ ਬਣ ਸਕਦਾ ਹੈ ਈਵਨ ਇਫ ਬੋਰਨ ਆਊਟਸਾਈਡ, ਅਗਰ ਉਸਦਾ ਜਨਮ ਇੰਡੀਆ ਤੋਂ ਬਾਹਰ ਹੁੰਦਾ ਹੈ ਬਟ ਇਫ ਹਿਜ਼ ਹਰ ਫਾਦਰ ਔਰ ਮਦਰ ਇਜ਼ ਏ ਸਿਟੀਜ਼ਨ ਆਫ ਇੰਡੀਆ ਐਟ ਦਾ ਟਾਈਮ ਆਫ ਪਰਸਨਸ ਬਰਥ। ਜਿਸ ਸਮੇਂ ਉਸ ਬੱਚੇ ਦਾ ਜਨਮ ਹੁੰਦਾ ਹੈ ਅਗਰ ਉਸਦੇ ਮਾਤਾ ਪਿਤਾ ਵਿੱਚੋਂ ਕੋਈ ਵੀ ਜਾਂ ਦੋਵੇਂ ਹੀ ਇੰਡੀਆ ਦੇ ਸਿਟੀਜ਼ਨ ਹਨ ਤਾਂ ਉਹ ਬੱਚਾ ਆਪਣੇ ਆਪ ਹੀ ਇੰਡੀਆ ਦਾ ਨਾਗਰਿਕ ਮੰਨਿਆ ਜਾਵੇਗਾ। ਠੀਕ ਹੈ ਦੋਸਤੋ, ਆਪਸ਼ਨ ਡੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ, ਕਾਫੀ ਇੰਪੋਰਟੈਂਟ ਕੁਐਸਚਨ ਹੈ ਇਸ ਟੌਪਿਕ ਦੇ ਰਿਲੇਟਡ। To acquire citizenship by registration, a person must have been resident of India for dash immediately before making an application. So ਜਿਵੇਂ ਕਿ ਅਸੀਂ ਫੋਰਨ ਕੰਟਰੀ ਵਿੱਚ ਵੀ ਦੇਖਦੇ ਹਾਂ ਕਿ ਲੋਕ PR ਲਈ ਐਪਲੀਕੇਸ਼ਨ ਦਿੰਦੇ ਹਨ, ਉਸੇ ਤਰੀਕੇ ਨਾਲ ਅਗਰ ਇੰਡੀਆ ਦੇ ਵਿੱਚ ਕਿਸੇ ਨੇ ਆਪਣੇ ਰਜਿਸਟ੍ਰੇਸ਼ਨ ਦੇਣੀ ਹੈ ਤਾਂ ਉਸ ਪਰਸਨ ਨੂੰ ਇਮੀਡੀਏਟਲੀ ਰੈਜ਼ੀਡੈਂਟ ਹੋਣਾ ਪਵੇਗਾ ਇਨ ਇੰਡੀਆ ਫॉर द ਇਮੀਡੀਏਟ 5 years। ਠੀਕ ਹੈ ਦੋਸਤੋ, ਆਪਸ਼ਨ ਡੀ ਬਿਲਕੁਲ ਕਰੈਕਟ ਉੱਤਰ ਰਹੇਗਾ। ਕਾਫੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਇਸ ਕੁਐਸਚਨ ਦੇ ਵਿੱਚ ਆਪਸ਼ਨਸ ਦੇ ਅਕੋਰਡਿੰਗ 5 years ਸਹੀ ਉੱਤਰ ਹੈ ਬਟ ਅਗਰ ਆਪਸ਼ਨ ਦੇ ਵਿੱਚ 7 years ਦਿੱਤਾ ਹੋਏਗਾ ਤਾਂ ਅਸੀਂ ਸਭ ਤੋਂ ਪਹਿਲਾਂ 7 ਨੂੰ ਹੀ ਟਿਕ ਕਰਨਾ ਹੈ ਕਿਉਂਕਿ 7 ਇਸ ਦਾ ਸਹੀ ਉੱਤਰ ਹੈ ਬਟ ਆਪਸ਼ਨਸ ਦੇ ਅਕੋਰਡਿੰਗ 5 ਕਿਉਂਕਿ ਕਈ ਬੁੱਕਸ ਦੇ ਵਿੱਚ 5 ਸਾਲ ਵੀ ਆਨਸਰ ਦਿੱਤਾ ਜਾਂਦਾ ਹੈ। ਠੀਕ ਹੈ ਦੋਸਤੋ, ਬਟ ਇਸ ਦਾ ਸਹੀ ਉੱਤਰ 7 ਸਾਲ ਹੈ। ठीक है, तो नेक्स्ट क्वेश्चन है, विच ऑफ द फॉलोइंग राइट्स वाज डिस्क्राइब्ड एज हार्ट एंड सोल ऑफ द कॉन्स्टिट्यूशन। सो मैं पिछे ही ਤੁਹਾਨੂੰ ਇਸ ਕੁਐਸਚਨ ਬਾਰੇ ਦੱਸਿਆ ਸੀ, ਸੋ ਇਸ ਦਾ ਆਨਸਰ ਮੈਂ ਤੁਹਾਡੇ ਤੋਂ ਐਕਸਪੈਕਟ ਕਰਦਾ ਹਾਂ ਅਤੇ ਤੁਸੀਂ ਇਸ ਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਹੀ ਦੇਣਾ ਹੈ। Which of the following fundamental right is also available to a foreigner on the soil of India? ਸੋ ਜੋ ਫੋਰਨਰਸ ਹੁੰਦੇ ਹਨ, ਸੋ ਐਸਾ ਕਿਹੜਾ ਰਾਈਟ ਹੈ, ਫੰਡਾਮੈਂਟਲ ਰਾਈਟ ਹੈ ਜੋ ਫੋਰਨਰਸ ਨੂੰ ਵੀ ਇੰਡੀਆ ਦੀ ਧਰਤੀ ਉੱਤੇ ਮਿਲਦਾ ਹੈ? ਜੀ ਹਾਂ, ਸਹੀ ਉੱਤਰ ਹੈ ਪ੍ਰੋਟੈਕਸ਼ਨ ਟੂ ਲਾਈਫ ਐਂਡ ਪਰਸਨਲ ਲਿਬਰਟੀ ਅਗੇਂਸਟ ਐਕਸ਼ਨ ਵਿਦਆਊਟ ਅਥਾਰਟੀ ਆਫ ਲਾਅ। ਸੋ ਜੀਣ ਦਾ ਅਧਿਕਾਰ ਤਾਂ ਸਭ ਲਈ ਹੀ ਸੇਮ ਹੈ। ਠੀਕ ਹੈ ਦੋਸਤੋ, ਅਤੇ ਸਪੈਸ਼ਲ ਲਾਅ ਵੀ ਜੋ ਹਨ ਕੁਝ ਫੋਰਨਰਸ ਲਈ ਬਣਾਏ ਜਾਂਦੇ ਹਨ। ਸੋ ਸੈਕਿੰਡ ਲਾਸਟ ਕੁਐਸਚਨ ਹੈ ਅੱਜ ਦਾ, with reference to the Constitution of India, which one of the following pair is not correctly matched? So incorrect match ਦੱਸੋ ਕਿਹੜਾ ਹੈ? ਸਹੀ ਉੱਤਰ ਹੈ A, ਸਟੋਕ ਐਕਸਚੇਂਜ ਜੋ ਹੈ ਸਟੇਟ ਲਿਸਟ ਦੇ ਵਿੱਚ ਨਹੀਂ ਆਉਂਦੀ। ਕਾਫੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਸਟੋਕ ਐਕਸਚੇਂਜ। ਅਸੀਂ ਅਕਸਰ ਹੀ ਅਲੱਗ-ਅਲੱਗ ਟੌਪਿਕਸ ਬਾਰੇ ਪੜ੍ਹਦੇ ਹਾਂ ਕਿ ਸਟੇਟ ਲਿਸਟ ਦੇ ਵਿੱਚ ਕਿਹੜੇ ਮੁੱਦੇ ਹਨ, ਯੂਨੀਅਨ ਲਿਸਟ ਦੇ ਵਿੱਚ ਕਿਹੜੇ ਮੁੱਦੇ ਹਨ, ਕੰਕਰੈਂਸ ਦੇ ਵਿੱਚ ਕਿਹੜੇ ਮੁੱਦੇ ਹਨ ਅਤੇ ਫੋਰਥ ਰੈਜ਼ੀਡੂਅਰੀ ਲਿਸਟ। ਸੋ ਸਟੋਕ ਐਕਸਚੇਂਜ ਜੋ ਹੈ ਇਹ ਸਟੇਟ ਲਿਸਟ ਦਾ ਮੁੱਦਾ ਨਹੀਂ ਹੈ, ਇਹ ਯੂਨੀਅਨ ਲਿਸਟ ਦਾ ਮੁੱਦਾ ਹੈ। ਸੋ ਇਸ ਟੌਪਿਕ ਦੇ ਉੱਤੇ ਵੀ ਮੈਂ ਇੱਕ ਅਲੱਗ ਤੋਂ ਵੀਡੀਓ ਲੈ ਕੇ ਆਵਾਂਗਾ ਜਿਸ ਦੇ ਵਿੱਚ ਕਿ ਜੋ ਵੀ ਯੂਨੀਅਨ, ਸਟੇਟ
ਕੰਕਰੈਂਟ ਜਾਂ ਰੈਸਿਡਿਊਰੀ ਲਿਸਟ ਦੇ ਇੰਪੋਰਟੈਂਟ ਜੋ ਟੌਪਿਕਸ ਹਨ ਉਹਨਾਂ ਬਾਰੇ ਮੈਂ ਜ਼ਰੂਰ ਹੀ ਤੁਹਾਨੂੰ ਇੱਕ ਅਲੱਗ ਕਲਾਸ ਵਿੱਚ ਪੜ੍ਹਾਵਾਂਗਾ। ਠੀਕ ਹੈ ਦੋਸਤੋ, ਇਸ ਤੋਂ ਇਲਾਵਾ ਜੋ ਬਾਕੀ ਆਪਸ਼ਨਸ ਹਨ, ਫੋਰੈਸਟ ਕੰਕਰੈਂਟ ਲਿਸਟ ਵਿੱਚ ਆਉਂਦੇ ਹਨ, ਇੰਸ਼ੋਰੈਂਸ ਜੋ ਹੈ ਇਹ ਯੂਨੀਅਨ ਲਿਸਟ ਵਿੱਚ ਆਉਂਦੀ ਹੈ, ਮੈਰਿਜ ਐਂਡ ਡਿਵੋਰਸ ਇਜ਼ ਇਨ ਕੰਕਰੈਂਟ ਲਿਸਟ। ਸੋ ਆਪਸ਼ਨ ਏ ਬਿਲਕੁਲ ਗਲਤ ਹੈ। ਠੀਕ ਹੈ ਦੋਸਤੋ, ਯਾਨੀ ਕਿ ਆਪਸ਼ਨ ਏ ਕੁਐਸਚਨ ਦੇ ਅਕੋਰਡਿੰਗ ਸਹੀ ਹੈ। ਠੀਕ ਹੈ ਦੋਸਤੋ, ਸੋ ਅੱਜ ਦਾ ਲਾਸਟ ਕੁਐਸਚਨ ਸਾਡਾ ਰਹੇਗਾ, on whom does the constitution confer special responsibility for the enforcement of fundamental rights? ਸੋ ਕੌਨਸਟੀਟਿਊਸ਼ਨ ਜੋ ਹੈ ਇਸਨੇ ਕਿਸ ਨੂੰ ਇਹ ਰਿਸਪੌਂਸਿਬਿਲਿਟੀ ਦਿੱਤੀ ਹੈ ਕਿ ਜੋ ਫੰਡਾਮੈਂਟਲ ਰਾਈਟਸ ਹਨ ਇਹਨਾਂ ਨੂੰ ਤੁਸੀਂ ਬਖੂਬੀ ਇਨਫੋਰਸ ਕਰਨਾ ਹੈ, ਯਾਨੀ ਕਿ ਇਹਨਾਂ ਨੂੰ ਵਾਇਲੇਟ ਨਹੀਂ ਹੋਣ ਦੇਣਾ। ਸੋ ਉਸਨੂੰ ਕੌਨਸਟੀਟਿਊਸ਼ਨ ਦਾ ਗਾਰਡੀਅਨ ਵੀ ਕਿਹਾ ਜਾਂਦਾ ਹੈ ਦੋਸਤੋ। ਕਾਫੀ ਇੰਪੋਰਟੈਂਟ ਹੈ ਸੁਪਰੀਮ ਕੋਰਟ। ਜਿਵੇਂ ਕਿ ਅਸੀਂ ਪੜ੍ਹਿਆ ਹੀ ਸੀ ਕਿ ਅਸੀਂ ਸੁਪਰੀਮ ਕੋਰਟ ਨੂੰ ਸਿੱਧਾ ਹੀ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੂੰ ਚੈਲੰਜ ਕਰ ਸਕਦੇ ਹਾਂ ਜੋ ਵੀ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰੇਗਾ। ਸੋ ਆਪਸ਼ਨ ਬੀ ਬਿਲਕੁਲ ਕਰੈਕਟ ਉੱਤਰ ਰਹੇਗਾ। ਸੋ ਇਹ ਸੀ ਦੋਸਤੋ ਅੱਜ ਦੀ ਇੰਪੋਰਟੈਂਟ ਕਲਾਸ। ਹੋਪ ਕਰਦਾ ਕਿ ਤੁਹਾਨੂੰ ਕੁਐਸਚਨਸ ਦਾ ਲੈਵਲ ਪਸੰਦ ਆਇਆ ਹੋਵੇਗਾ।